अस्सलाम वालेकुम दोस्तों ते मित्रों की हाल है ਤੁਹਾਡਾ। ਅੱਜ ਤੁਹਾਨੂੰ ਬੜੇ ਅਹਿਮ ਮੌਜੂ ਦੇ ਉੱਤੇ ਅਸੀਂ ਜਿਹੜਾ ਨਾ ਆਪਣਾ ਵੀਲੌਗ ਦਿਆਂਗੇ ਕਿ ਲਾਹੌਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਸੀਸੀਟੀ ਦੇ ਪੁਲਿਸ ਮੁਕਾਬਲੇ ਨੇ ਉਹਨਾਂ ਦੀ ਵਜ੍ਹਾ ਤੋਂ ਕ੍ਰਾਈਮ ਦੀ ਰੇਸ਼ੋ ਦੇ ਥੱਲੇ ਚਲੀ ਗਈ ਹੈ ਤੇ ਜਿਹਦੇ ਤੋਂ ਬਾਅਦ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਨੇ ਕਿਹਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਅਜ਼ਲਾ ਦੇ ਵਿੱਚ ਕ੍ਰਾਈਮ ਦੀ ਰੇਸ਼ੋ ਜਿਹੜੀ ਹੈ ਜ਼ੀਰੋ ਤੇ ਚਲੀ ਗਈ ਹੈ। पंजाब में इस वक्त जीरो क्राइम है, जीरो क्राइम। ਲੇਕਿਨ ਸਾਨੂੰ ਇੰਜ ਲੱਗਦਾ ਹੈ ਕਿ ਇਹ ਕ੍ਰਾਈਮ ਦੀ ਰੇਸ਼ੋ ਤੇ ਘਟ ਗਈ ਹੈ। ਮੁਜਰਮ ਜਿਹੜੇ ਨੇ ਆਪਣੇ ਬਿਲਾਂ ਛੁਪਣਾ ਸ਼ੁਰੂ ਹੋ ਗਏ ਨੇ, ਕੋਈ ਦੂਰ ਦਰਾਜ਼ ਇਲਾਕਿਆਂ ਚਲੇ ਗਏ ਨੇ, ਕਈਆਂ ਨੇ ਮਸਜਿਦਾਂ ਜਾ ਕੇ ਤੇ ਖਾਨੇ ਕਾਬੇ ਤੱਕ ਜਾ ਕੇ ਤੇ ਮਾਫੀ ਤਲਾਫੀ ਦੀਆਂ ਵੀਡੀਓ ਬਣਾ ਕੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸੀਸੀਡੀ ਨੂੰ ਕਿ ਸਾਨੂੰ ਇੱਕ ਵਾਰੀ ਮਾਫ ਕਰ ਦਿਓ। ਲੇਕਿਨ ਇਹ ਸਾਰੀ ਸੂਰਤ ਹਾਲ ਦੇ ਵਿੱਚ ਪੰਜਾਬ ਵਿੱਚ ਜਰਾਇਮ ਤੇ ਥੱਲੇ ਜਾ ਰਹੇ ਨੇ, ਲੇਕਿਨ ਇੱਕ ਨਵਾਂ ਹੀ ਮੁੱਦਾ ਉੱਠ ਗਿਆ। ਉਹ ਮੁੱਦਾ ਇਹ ਵੇ ਕਿ ਮੁਜਰਮਾਂ ਦੀ ਜਾਂਚ ਤੇ ਹੁਣ ਕੁਝ ਪੁਲਿਸ ਐਲਕਾਰਾਂ ਨੇ, ਕੁਝ ਕਾਲੀਆਂ ਵੇੜਾਂ ਨੇ ਨਾ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਪਿਛਲੇ ਚੰਦ ਹਫ਼ਤਿਆਂ ਦੇ ਵਿੱਚ ਸਾਨੂੰ ਕਈ ਇਹੋ ਜਿਹੇ ਵਾਕਿਆਤ ਨਜ਼ਰ ਆਏ ਨੇ। ਦੇਖੋ ਨਿਊ ਅਨਾਰਕਲੀ ਦੇ ਵਿੱਚ ਆਪਰੇਸ਼ਨ ਪੁਲਿਸ ਸ਼ਾਮਲ ਇੰਸਪੈਕਟਰ ਅਮਾਰ ਜਿਹੜਾ ਉਹ ਵੀ ਡਕੈਤੀ ਦੀ ਵਾਰਦਾਤ ਕਰਦੇ ਹੋਏ ਫੜਿਆ ਗਿਆ ਔਰ ਵਾਰਦਾਤ ਕਰਨ ਤੋਂ 10 ਰੋਜ਼ ਬਾਅਦ ਫੜਿਆ ਗਿਆ ਹੈ ਔਰ ਉਹ ਸ਼ਦਰੇ ਦੀ ਹਦੂਦ ਦੇ ਵਿੱਚ ਇੱਕ ਸ਼ਹਿਰੀ ਕੋਲੋਂ ਗਨ ਪੁਆਇੰਟ ਦੇ ਉੱਤੇ 4,70,000 ਰੁਪਇਆ ਖੋ ਕੇ ਫਰਾਰ ਹੋ ਗਿਆ ਸੀ। ਗਨ ਪੁਆਇੰਟ ਦੇ ਉੱਤੇ 4,70,000 ਰੁਪਇਆ ਲੁੱਟਦਿਆਂ ਉਹਦੀ ਸੀਸੀ ਫੁਟੇਜ ਆ ਗਈ। ਅੱਛਾ, ਫੁਟੇਜ ਆਈ ਉਹਦੇ ਵਿੱਚ ਉਹਨੇ ਸਾਦਾ ਕੱਪੜੇ ਪਾਏ ਹੋਏ ਸਨ। ਪੁਲਿਸ ਨੇ ਜਦੋਂ ਤਫਤੀਸ਼ ਕੀਤੀ ਤੇ ਮੁਲਜ਼ਮ ਨੂੰ 10 ਰੋਜ਼ ਬਾਅਦ ਫੜਿਆ ਤੇ ਪਤਾ ਲੱਗਿਆ ਜੀ ਤੋਂ ਤੇ ਆਪਰੇਸ਼ਨ ਪੁਲਿਸ ਦਾ ਇੰਸਪੈਕਟਰ ਹੈ ਤੇ ਉਹ ਨਿਊ ਅਨਾਰਕਲੀ ਦੇ ਵਿੱਚ ਮੁਲਾਜ਼ਮ ਵੀ ਹੈ ਤੇ ਉਹ ਡਕੈਤੀ ਦੀਆਂ ਵਾਰਦਾਤਾਂ ਕਰ ਰਿਹਾ ਸੀ। ਹਜੇ ਇਸ ਵਾਰਦਾਤ ਦੀ ਬਾਜ਼ਗਸ਼ ਜਾਰੀ ਸੀ ਕਿ ਇੱਕ ਹੋਰ ਇਸਲਾਮਪੁਰੇ ਥਾਣੇ ਦੇ ਵਿੱਚ ਇੱਕ ਸਬ ਇੰਸਪੈਕਟਰ ਹੈ ਵਿਕਾਸ ਭੱਟੀ, ਉਹ 7-8 ਦੋਸਤਾਂ ਦੇ ਨਾਲ ਜਾਂ ਆਪਣੇ ਹਵਾਰੀਆਂ ਦੇ ਨਾਲ ਇੱਕ ਨੌਜਵਾਨ ਨੂੰ ਅਗਵਾ ਕਰਦਿਆਂ ਤੋਂ ਸਮਾਨ ਉਠਾਉਂਦਿਆਂ ਉਹਨਾਂ ਦੀ ਫੁਟੇਜ ਨਿਕਲ ਆਈ। ਬਾਅਦ ਚ ਜਦੋਂ ਤਹਿਕੀਕਾਤ ਕੀਤੀ ਤੇ ਉਹ ਵੀ ਪਤਾ ਲੱਗਿਆ ਕਿ ਜੀ ਇਹ ਨੌਜਵਾਨ ਨੂੰ ਅਗਵਾ ਕਰਨ ਵਾਲਾ ਇਸਲਾਮਪੁਰਾ ਥਾਣੇ ਦੇ ਵਿੱਚ ਤਾਇਨਾਤ ਹੈ ਸਬ ਇੰਸਪੈਕਟਰ ਵਿਕਾਸ ਹੈ। ਅੱਛਾ, ਇਸ ਦੇ ਨਾਲ ਹੀ ਇੱਕ ਵੱਡਾ ਹੋਰ ਵਾਕਿਆ ਪੇਸ਼ ਆਇਆ। ਪੀਸੀਡੀ ਦਾ ਜਿਹੜਾ ਇੰਸਪੈਕਟਰ ਜਵੇਦ ਇਕਬਾਲ, ਉਹ ਆਪਣੇ ਸਾਥੀ ਕਾਂਸਟੇਬਲ ਤੋਸੀਰ ਦੇ ਨਾਲ ਉਹਨੇ ਇੱਕ ਨੌਜਵਾਨ ਵਲੀਦ ਨੂੰ ਅਗਵਾ ਕੀਤਾ। ਅਗਵਾ ਕਰਨ ਤੋਂ ਬਾਅਦ 5 ਕਰੋੜ 40 ਲੱਖ ਰੁਪਇਆ ਤਵਾਨ ਮੰਗਿਆ ਤੇ ਉਸ ਤੋਂ ਬਾਅਦ ਬਕਾਇਦਾ 40 ਲੱਖ ਰੁਪਇਆ ਤਵਾਨ ਹਾਸਲ ਵੀ ਕੀਤਾ। ਜਦੋਂ ਇਹਨੂੰ ਆਪਰੇਸ਼ਨ ਪੁਲਿਸ ਦੇ ਕਾਹਨਾਂ ਨੇ ਫੜਿਆ ਤੇ ਪਤਾ ਲੱਗਾ ਤੇ ਇਹ ਤੇ ਸੀਸੀਡੀ ਦਾ ਇੰਸਪੈਕਟਰ ਹੈ। ਇੱਕ ਹੋਰ ਥੋੜੇ ਦਿਨ ਪਹਿਲੇ ਤੁਸੀਂ ਵਾਰਦਾਤ ਸੁਣੀ ਹੋਈ ਕਿ ਇਕਬਾਲਟੋਂ ਥਾਣੇ ਦੇ ਬਿਲਕੁਲ ਕਰੀਬ ਇੱਕ ਖਾਤੂਨ ਗੱਡੀ ਲੈ ਕੇ ਜਾ ਰਹੀ ਸੀ। ਇੱਕ ਨੌਜਵਾਨ ਨੇ ਪਿੱਛੋਂ ਉਹਨੂੰ ਗੱਡੀ ਨੂੰ ਮੋਟਰਸਾਈਕਲ ਨਾਲ ਟੱਕਰ ਮਾਰੀ। ਉਹ ਖਾਤੂਨ ਚਲਦੀ ਗੱਡੀ ਤੋਂ ਬਾਹਰ ਨਿਕਲੀ ਤੇ ਉਹਨੂੰ ਆ ਕੇ ਪੁੱਛਦੀ ਹੈ ਕਿ ਤੂੰ ਮੇਰੀ ਗੱਡੀ ਟੱਕਰ ਕਿਉਂ ਮਾਰੀ। ਇਸ ਦੌਰਾਨ ਇੱਕ ਹੋਰ ਬੰਦਾ ਹੈ ਨਾ ਉਹਦੀ ਗੱਡੀ ਦੀ ਡਰਾਈਵਿੰਗ ਸੀਟ ਤੇ ਬੈਠਿਆ, ਗੱਡੀ ਲੈ ਕੇ ਭੱਜਣ ਲੱਗਾ। ਖਾਤੂਨ ਅੱਗੇ ਆਈ ਲੇਕਿਨ ਉਹਨੇ ਖਾਤੂਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਔਰ ਫਰਾਰ ਹੋ ਗਿਆ। ਜਦੋਂ ਸੀਸੀ ਫੁਟੇਜ ਦੇ ਤਹਿਤ ਕਾਰਵਾਈ ਅੱਗੇ ਵਧੀ, ਤਫਤੀਸ਼ ਅੱਗੇ ਵਧੀ ਤੇ ਇਹ ਵੀ ਪਤਾ ਲੱਗਾ ਜੀ ਕਿ ਇਹ ਤੇ ਟ੍ਰੇਨਿੰਗ ਸਬ ਇੰਸਪੈਕਟਰ ਹੈ ਤੇ ਚੁੰਗ ਥਾਣੇ ਟ੍ਰੇਨਿੰਗ ਲੈ ਰਿਹਾ ਸੀ ਤੇ ਟ੍ਰੇਨਿੰਗ ਲੈਣ ਤੋਂ ਬਾਅਦ ਉਹਨੇ ਕਿਹਾ ਮੈਂ ਆਪਣੀ ਟ੍ਰੇਨਿੰਗ ਦਾ ਜ਼ਰਾ ਸਬੂਤ ਤੇ ਦੇਵਾਂ ਕਿ ਮੇਰੀ ਟ੍ਰੇਨਿੰਗ ਸਹੀ ਹੋਈ ਹੈ ਕਿ ਨਹੀਂ ਹੋਈ। ਤੇ ਉਹਨੇ ਫਿਰ ਟ੍ਰੇਨਿੰਗ ਦਾ ਜਿਹੜਾ ਸਬੂਤ ਦਿੱਤਾ ਕਿਸ ਤਰ੍ਹਾਂ ਕਿ ਪਹਿਲੀ ਵਾਰਦਾਤ ਕਰਕੇ ਉਹਨੇ ਆਪਣੇ ਆਪ ਨੂੰ ਚੈੱਕ ਕੀਤਾ, ਲੇਕਿਨ ਪਹਿਲੀ ਵਾਰਦਾਤ 'ਚੋਂ ਫੜਿਆ ਵੀ ਗਿਆ। ਤੇ ਹੁਣ ਮਸਲਾ ਇਹ ਹੋਇਆ ਕਿ ਸਾਨੂੰ ਹੁਣ ਇੰਝ ਲੱਗਦਾ ਪਿਆ ਕਿ ਲਾਹੌਰ ਪੁਲਿਸ ਤੇ ਸੀਸੀਡੀ ਦੇ ਦਰਮਿਆਨ ਲਾਹੌਰ ਦੇ ਵਿੱਚ ਕੁਝ ਤਸਲ ਚੱਲਦੀ ਪਈ ਹੈ, ਕਿਉਂਕਿ ਜਿਹੜੀ ਸੀਸੀਡੀ ਹੈ ਉਹ ਲਾਹੌਰ ਪੁਲਿਸ ਦੇ ਜਿਹੜੇ ਆਪਰੇਸ਼ਨ ਤੇ ਇਨਵੈਸਟੀਗੇਸ਼ਨ ਵਿੰਗ ਦੇ ਵਿੱਚ ਜਿਹੜਾ ਵੀ ਕੋਈ ਮੁਜਰਮ ਪੁਲਿਸ ਵਾਲਾ ਹੈ ਨਾ ਜਾਂ ਕਾਲੀ ਭੇੜ ਹੈ ਉਹਨੂੰ ਕਾਬੂ ਕਰ ਲੈਂਦੀ ਹੈ ਤੇ ਉਹਦਾ ਸਾਰਾ ਕੱਚਾ ਛਟਾ ਖੋਲ ਕੇ ਸਾਹਮਣੇ ਰੱਖ ਦਿੰਦੀ। ਉਹ ਜਿਹਦਾ ਜਵਾਬ ਜਿਹੜਾ ਫਿਰ ਆਪਰੇਸ਼ਨ ਪੁਲਿਸ ਨੇ ਸੀਸੀਡੀ ਦੇ ਐਸ ਇੰਸਪੈਕਟਰ ਨੂੰ ਫੜ ਕੇ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਸੀਸੀਡੀ ਦਾ ਵੀ ਜਿਹੜਾ ਇੰਸਪੈਕਟਰ ਹੈ ਉਹ ਜਾਲੀ ਪੁਲਿਸ ਮੁਕਾਬਲਾ ਕਰਨ ਲੱਗਾ ਸੀ ਨੌਜਵਾਨ ਨੂੰ ਅਗਵਾ ਕਰਕੇ ਤੇ ਉਹਨਾਂ ਨੇ ਵੀ ਉਹਨੂੰ ਫੜ ਲਿੱਤਾ। ਤਾਂ ਇੱਕ ਹੋਰ ਵਾਰਦਾਤ ਵੀ ਹੁੰਦੀ ਹੈ ਕਿ ਫੈਸਲ ਟਾਊਨ ਥਾਣੇ ਦੀ ਹਦੂਦ ਵਿੱਚ ਇੱਕ ਘਰ ਦੇ ਬਾਹਰ ਇੱਕ ਗੱਡੀ ਆਉਂਦੀ ਹੈ, ਫਿਰ ਪਿੱਛੇ ਇੱਕ ਡਾਲਾ ਆਉਂਦਾ ਹੈ, 8-9 ਬੰਦੇ ਉਤਰਦੇ ਨੇ। ਉਸ ਘਰ ਚੋਂ ਸਾਰਾ ਜਿਹੜਾ ਸਮਾਨ ਹੈ LCD ਲੈਪਟਾਪ ਤੇ ਜ਼ੇਵਰਾਤ ਉਹ ਉਠਾਉਂਦੇ ਨੇ, ਗੱਡੀ ਪਾਈ ਜਾਂਦੇ ਨੇ। ਉਸ ਤੋਂ ਬਾਅਦ ਉਹ ਨੌਜਵਾਨ ਨੂੰ ਵੀ ਪਕੜਦੇ ਨੇ ਤੇ ਨਾਲ ਲੈ ਜਾਂਦੇ ਨੇ। ਤੇ ਜਦੋਂ ਪਤਾ ਚੱਲਦਾ ਹੈ ਕਿ ਇਸ ਵਾਰਦਾਤ ਦੀ ਫੁਟੇਜ ਵੀ ਮਿਲ ਗਈ ਹੈ ਤੇ ਤਫਤੀਸ਼ੀ ਪੁਲਿਸ ਦੀ ਤਫਤੀਸ਼ ਦੇ ਦੌਰਾਨ ਜਦੋਂ ਕਲੋਜ਼ ਕਰਦੀ ਹੈ ਤੇ ਇਹਦੇ ਦੌਰਾਨ ਪਤਾ ਚੱਲਦਾ ਹੈ ਕਿ ਹਾਜ਼ਰ ਸਰਵਿਸ ਇੱਕ ਸਬ ਇੰਸਪੈਕਟਰ ਜਿਹੜਾ ਵਿਕਾਸ ਭੱਟੀ ਉਹ ਵੀ ਮੁਲਜ਼ਮਾਂ ਦੇ ਨਾਲ ਸ਼ਾਮਲ ਹੈ। ਉਹ ਵਿਕਾਸ ਭੱਟੀ ਜਦੋਂ ਫੜ ਕੇ ਤਫਤੀਸ਼ ਕੀਤੀ ਜਾਂਦੀ ਹੈ ਤੇ ਸੀਸੀਡੀ ਨੂੰ ਲੈ ਕੇ ਜਾਂਦੀ ਹੈ ਤੇ ਪਤਾ ਚੱਲਦਾ ਕਿ ਨੌਜਵਾਨ ਨੂੰ ਅਗਵਾ ਕਰਨ ਵਾਲਾ ਜਿਹੜਾ ਇਹ ਵਿਕਾਸ ਭੱਟੀ ਇਹਨੇ ਆਪਣੇ ਸਾਥੀਆਂ ਦੇ ਨਾਲ ਵਾਰਦਾਤ ਕੀਤੀ ਹੈ। ਅੱਛਾ, ਉਹ ਉਸ ਤੋਂ ਬਾਅਦ ਵੀ ਇਹ ਹੁੰਦਾ ਹੈ ਕਿ ਵਿਕਾਸ ਭੱਟੀ ਦਾ ਕਿਹਾ ਜਾ ਰਿਹਾ ਹੈ ਕਿ ਫੜੇ ਜਾਣ ਤੋਂ ਬਾਅਦ ਫਿਰ ਉਹਦੀ ਜ਼ਮਾਨਤ ਹੋ ਜਾਂਦੀ ਹੈ। ਜ਼ਮਾਨਤ ਹੋਣ ਤੋਂ ਬਾਅਦ ਦੁਬਾਰਾ ਉਹ ਉਸੇ ਨੌਜਵਾਨ ਨੂੰ ਦੁਬਾਰਾ ਅਗਵਾ ਕਰ ਲੈਂਦਾ ਹੈ। ਲੇਕਿਨ ਇਹ ਤਨਾਜ਼ਾ ਚੱਲ ਰਿਹਾ ਹੈ
ਕਿਉਂਕਿ ਉਸ ਨੌਜਵਾਨ ਦਾ ਕਹਿਣਾ ਕਿ ਮੈਨੂੰ ਤੇ ਦੁਬਾਰਾ ਅਗਵਾ ਨਹੀਂ ਕੀਤਾ ਗਿਆ। ਲੇਕਿਨ ਇਹ ਵੀ ਕਿਹਾ ਜਾ ਰਿਹਾ ਕਿ ਸੀਸੀਡੀ ਨੇ ਦੂਸਰੀ ਦਫਾ ਵੀ ਉਹਦੇ ਖਿਲਾਫ ਪਰਚਾ ਦਰਜ ਕਰ ਰਿਹਾ। ਅੱਛਾ, ਇਹ ਜਿਹੜੀ ਟਸਲ ਹੈ ਨਾ ਅੱਗੇ ਵੱਧਦੀ ਜਾ ਰਹੀ ਹੈ। ਹੁਣ ਇਹ ਮਾਮਲਾ ਨੂੰ ਅਸੀਂ ਥੋੜੇ ਜਿਹਾ ਤਫਸੀਲ ਦੇ ਨਾਲ ਵੀ ਦੇਖਦੇ ਹਾਂ। ਸ਼ਦਰਾ ਦਾ ਇਲਾਕਾ, ਇਸਲਾਮੀਆ ਕਲੋਨੀ ਦੇ ਇਲਾਕੇ ਦੇ ਵਿੱਚ ਇੱਕ ਵਾਰਦਾਤ ਹੁੰਦੀ ਹੈ। ਇੱਕ ਨੌਜਵਾਨ ਸ਼ਖਸ ਜਿਹੜਾ ਹੈ ਉਹ ਬੈਂਕ ਚੋਂ ਰਕਮ ਲੈ ਕੇ ਜਾ ਰਿਹਾ ਹੁੰਦਾ ਹੈ ਤੇ ਉਹਨੇ ਬੈਗ 'ਚ ਰਕਮ ਪਾਈ ਹੁੰਦੀ ਹੈ ਤੇ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਅਚਾਨਕ ਦੋ ਨੌਜਵਾਨ ਯੰਗ ਆਦਮੀ ਜਿਹੜੇ ਨੇ ਉਹ ਉਹਦੇ ਪਿੱਛੋਂ ਦੀ ਆਉਂਦੇ ਨੇ ਤੇ ਉਹਨੂੰ ਗਨ ਪੁਆਇੰਟ ਤੇ ਰੋਕ ਲੈਂਦੇ ਨੇ। ਜਦੋਂ ਉਹਨੂੰ ਗਨ ਪੁਆਇੰਟ ਤੇ ਰੋਕਦੇ ਨੇ ਤੇ ਸਿੱਧਾ ਹੀ ਉਹਨੂੰ ਕਹਿੰਦੇ ਨੇ ਬੈਗ ਲਾ ਕੇ ਸਾਨੂੰ ਦੇ ਦੇ। ਉਹ ਬੜਾ ਹੈਰਾਨ ਹੁੰਦਾ ਕਿ ਇਹ ਬੈਗ ਦਾ ਇਹਨਾਂ ਨੂੰ ਕਿਵੇਂ ਪਤਾ ਹੈ। ਉਹ ਬੈਗ ਲਾਉਂਦਾ ਗਨ ਪੁਆਇੰਟ ਤੇ ਉਹਨੂੰ ਡਰਾਉਂਦੇ ਨੇ। ਉਹ ਬੈਗ ਲਾ ਕੇ ਉਹਨਾਂ ਦੇ ਹਵਾਲੇ ਕਰਦਾ ਹੈ ਤੇ ਉਹਨੂੰ ਬਕਾਇਦਾ ਨੌਜਵਾਨ ਦਾ ਕਹਿਣਾ ਕਿ ਮੈਨੂੰ ਗਾਲੀਆਂ ਦਿੱਤੀਆਂ ਗਈਆਂ ਜਿਸ ਤਰ੍ਹਾਂ ਕੋਈ ਕ੍ਰਿਮੀਨਲ ਖੌਫਜ਼ਦਾ ਕਰਦਾ ਹੈ। ਤੇ ਉਹ ਉਸ ਤੋਂ ਬਾਅਦ ਜਾਣ ਤੋਂ ਪਹਿਲੇ ਨਾ ਉਸ ਨੌਜਵਾਨ ਦੀ ਮੋਟਰਸਾਈਕਲ ਦੇ ਵਿੱਚੋਂ ਚਾਬੀ ਵੀ ਕੱਢ ਲੈਂਦੇ ਨੇ ਕਿ ਸਾਡਾ ਪਿੱਛਾ ਨਾ ਕਰ ਸਕੇ। ਵਾਰਦਾਤ ਕਾਮਯਾਬ ਹੋ ਜਾਂਦੀ ਹੈ। ਕਾਮਯਾਬ ਹੋਣ ਤੋਂ ਬਾਅਦ ਜਦੋਂ ਪੁਲਿਸ ਅਫਸਰਾਂ ਤੱਕ ਗੱਲ ਪਹੁੰਚਦੀ ਹੈ ਕਿ ਸੀਸੀ ਫੁਟੇਜ ਵਿੱਚ ਨਜ਼ਰ ਆ ਰਿਹਾ ਦੋ ਨੌਜਵਾਨ ਨੇ, ਇੱਕ ਨੇ ਨਕਾਬ ਕੀਤਾ ਦੂਜੇ ਨੇ ਹੈਲਮਟ ਲਿੱਤਾ ਹੋਇਆ। ਉਹ ਕੀ ਕਰਦੇ ਨੇ ਕਿ ਆਲਾ ਅਫਸਰਾਂ ਕਹਿੰਦੇ ਨੇ ਕਿ ਬਈ ਇਹਨਾਂ ਦੀ ਤਹਿਕੀਕਾਤ ਵਾਸਤੇ 4-5 ਟੀਮਾਂ ਬਣਾ ਦਿਓ। ਇੱਕ ਟੀਮ ਜਿਹੜੀ ਨੂੰ ਕਰਦਿਆਂ ਜਦੋਂ ਪਹੁੰਚਦੀ ਹੈ ਤਾਂ ਦੇਖਦੇ ਨੇ ਕਿ ਜੀ ਕੋਈ 24-25 ਜੋ ਕੈਮਰੇ ਜਿਹੜੇ ਨਾ ਸੀਸੀਟੀਵੀ ਚੈੱਕ ਕਰਦੇ, ਇੱਕ ਸਾਈਡ ਨਾਲ ਇਹ ਮੁਲਜ਼ਮ ਜਾਂਦੇ ਨਜ਼ਰ ਆਉਂਦੇ ਨੇ। ਉਹ ਤਮਾਮ ਸੜਕਾਂ 'ਚ ਉਹਨਾਂ ਦਾ ਰੂਟ ਦੇ ਨਾਲ ਚੈੱਕ ਕਰਦੇ ਜਾਂਦੇ ਨੇ। ਇੱਕ ਜਗ੍ਹਾ ਤੇ ਜਾ ਕੇ ਸਟਾਪ ਤੇ ਕਿਤੇ ਖਲੋਤੇ ਹੁੰਦੇ ਨੇ ਤੇ ਇਹਨਾਂ ਦੀ ਮੋਟਰਸਾਈਕਲ ਦਾ ਨੰਬਰ ਵਿੱਚ ਨਜ਼ਰ ਆ ਜਾਂਦਾ। ਉਸ ਮੋਟਰਸਾਈਕਲ ਦੇ ਮਾਲਕ ਨੂੰ ਜੋ ਫੜਿਆ ਜਾਂਦਾ ਹੈ ਤਾਂ ਪਤਾ ਲੱਗਦਾ ਉਹ ਤੇ ਸਾਬਕਾ ਇੱਕ ਕ੍ਰਿਮੀਨਲ ਰਿਕਾਰਡ ਯਾਫਤਾ ਹੈ। ਉਹਦੀ ਥੋੜੀ ਜਿਹੀ ਚਤਰੋਲ ਵਗੈਰਾ ਵੀ ਹੁੰਦੀ ਹੈ। ਜਦੋਂ ਹੁੰਦੀ ਤਾਂ ਕਹਿੰਦਾ ਜੀ ਜਨਾਬ ਮੇਰੇ ਕੋਲੋਂ ਸਾਰੀ ਇਨਕੁਆਇਰੀ ਕਰੀ ਜਾਂਦੇ ਹੋ, ਜਿਹੜਾ ਤੁਹਾਡਾ ਆਪਣਾ ਇੰਸਪੈਕਟਰ ਮੇਰੇ ਨਾਲ ਸ਼ਾਮਿਲ ਹੈ ਉਹਨੂੰ ਵੀ ਤਾਂ ਫੜੋ। ਉਹ ਕਹਿੰਦੇ ਕਿਹੜਾ ਇੰਸਪੈਕਟਰ ਸਾਡੇ ਨਾਲ ਸ਼ਾਮਿਲ ਹੈ? ਉਹ ਕਹਿੰਦੇ ਹੈ ਕਿ ਜੀ ਤੁਹਾਡਾ ਜਿਹੜਾ ਇੰਸਪੈਕਟਰ ਨਾਲ ਮੇਰੇ ਹੈਗਾ ਸੀ ਉਹਦਾ ਨਾਂ ਹੈਗਾ ਅਮਾਰ। ਅੱਛਾ, ਜਿਹੜਾ ਪਹਿਲੇ ਮੁਲਜ਼ਮ ਫੜਿਆ ਜਾਂਦਾ ਨਾ ਇਹਦਾ ਨਾਂ ਹੈਗਾ ਜੀ ਅਲੀ ਰਜ਼ਾ। ਅਲੀ ਰਜ਼ਾ ਉਹਨਾਂ ਨੂੰ ਦੱਸਦਾ ਹੈ ਕਿ ਮੇਰੇ ਨਾਲ ਜਿਹੜਾ ਇੱਕ ਇੰਸਪੈਕਟਰ ਹੈ ਉਹ ਵੀ ਸ਼ਾਮਿਲ ਸੀ, ਜਿਹੜਾ ਪਿੱਛੇ ਗਨ ਪੁਆਇੰਟ ਤੇ ਇਹ ਤੁਸੀਂ ਜਿਹੜਾ ਫੁਟੇਜ ਦੇਖਦੇ ਪਏ ਹੋ ਇਹ ਦੇਖੋ ਗਨ ਪੁਆਇੰਟ ਦੇ ਨਾਲ ਕਿਸ ਤਰ੍ਹਾਂ ਲੁੱਟਦਾ ਪਿਆ। ਉਹਨੇ ਕਿਹਾ ਤੇ ਇੰਸਪੈਕਟਰ ਹੈ, ਹਾਜ਼ਰ ਸਰਵਿਸ ਇੰਸਪੈਕਟਰ ਹੈ ਤੇ ਇਹ ਇਸ ਟਾਈਮ ਨਿਊ ਅਨਾਰਕਲੀ ਤਾਇਨਾਤ ਹੈ ਆਪਰੇਸ਼ਨ ਪੁਲਿਸ ਦੇ ਵਿੱਚ। ਪੁਲਿਸ ਕਹਿੰਦੀ ਅੱਛਾ ਉਹਨੂੰ ਫੋਨ ਕਰ। ਉਹ ਫੋਨ ਕਰਦਾ ਤੇ ਅੱਗੋਂ ਜਿਹੜਾ ਸਬ ਇੰਸਪੈਕਟਰ ਅਮਾਰ ਹੈ ਉਹ ਅੱਗੋਂ ਕੀ ਕਹਿੰਦਾ ਹੈ? ਉਹ ਕਹਿੰਦਾ ਬਈ ਅੱਜ ਕੱਲ ਪੁਲਿਸ ਜਿਹੜੀ ਨਾ ਉਹ ਤਫਤੀਸ਼ ਬੜੀ ਅੱਗੇ ਵੱਧ ਰਹੀ ਹੈ, ਤੂੰ ਇੱਥੋਂ ਲਾਹੌਰੋਂ ਕਰਾਚੀ ਚਲਾ ਜਾ, ਕਰਾਚੀ ਤੋਂ ਇਰਾਕ ਜ਼ਿਆਰਤਾਂ ਵਾਸਤੇ ਚਲਾ ਜਾ ਤੇ ਇਸ ਦੌਰਾਨ ਆਪਣੀ ਸਿਮ ਵੀ ਚੇਂਜ ਕਰ ਲੈ। ਪੁਲਿਸ ਜਦੋਂ ਉਹਦੀ ਕਾਲ ਸੁਣਦੀ ਹੈ ਤੇ ਉਹ ਕਹਿੰਦੀ ਹੈ ਤੇ ਵਾਕਈ ਇੰਸਪੈਕਟਰ ਜਿਹੜਾ ਸਬ ਇੰਸਪੈਕਟਰ ਹੈ ਵਿੱਚ ਮੁਲਵਸ ਹੈ। ਉਹ ਅਲੀ ਰਜ਼ਾ ਨੂੰ ਕਹਿੰਦੇ ਨੇ ਕਿ ਇਸ ਇੰਸਪੈਕਟਰ ਨੂੰ ਬੁਲਾ। ਉਹ ਉਹਨੂੰ ਬੁਲਾਉਂਦਾ ਤੇ ਫੜ ਲੈਂਦੇ ਨੇ। ਤੇ ਜਦੋਂ ਫੜ ਲੈਂਦੇ ਤੇ ਪਤਾ ਚੱਲਦਾ ਹੈ ਕਿ ਇਹ ਤੇ ਨਿਊ ਅਨਾਰਕਲੀ ਦਾ ਹਾਜ਼ਰ ਸਰਵਿਸ ਸਬ ਇੰਸਪੈਕਟਰ ਹੈ। ਚਾਹੇ ਜਿਹੜੀ ਵਾਰਦਾਤ ਹੈ ਨਾ ਇਹ 18 ਅਕਤੂਬਰ ਨੂੰ ਹੁੰਦੀ ਹੈ ਤੇ ਤਕਰੀਬਨ 8-9 ਰੋਜ਼ ਲੱਗ ਜਾਂਦੇ ਨੇ ਇਸ ਮੁਲਜ਼ਮ ਦੀ ਤਲਾਸ਼ ਵਿੱਚ, ਕਿਉਂਕਿ ਇਹ ਜਿਹੜੇ ਦੋਵੇਂ ਇੰਸਪੈਕਟਰ ਤੇ ਇਹਦਾ ਨਾਲ ਜਿਹੜਾ ਸਾਥੀ ਸੀ ਇਹਨਾਂ ਨੇ 4,70,000 ਰੁਪਇਆ ਸ਼ਹਿਰੀ ਕੋਲੋਂ ਲੁੱਟਿਆ ਹੁੰਦਾ ਹੈ। ਤੇ ਜਦੋਂ ਇਹਨਾਂ ਨੂੰ ਫੜ ਲੈਂਦੇ ਤੇ ਫਿਰ ਆਵਾਮ ਵਿੱਚ ਸ਼ੋਰ ਮਚ ਜਾਂਦਾ ਹੈ ਕਿ ਜਿਵੇਂ ਦੂਜੇ ਆਮ ਮੁਲਜ਼ਮਾਂ ਨੂੰ ਡਕੈਤੀ ਕਰਦਿਆਂ ਜਾਂ ਇਹੋ ਜਿਹੇ ਖਤਰਨਾਕ ਵਾਰਦਾਤਾਂ ਕਰਦਿਆਂ ਸੀਸੀਟੀ ਦੇ ਹਵਾਲੇ ਕੀਤਾ ਜਾਂਦਾ ਹੈ ਤੇ ਸੀਸੀਟੀ ਫਿਰ ਪੂਰਾ ਇਨਸਾਫ ਕਰਦੀ ਹੈ ਤੇ ਇਹਨੂੰ ਵੀ ਕੀਤਾ ਜਾਏ। ਤੇ ਸਾਡੀ ਤਲਾਸ਼ ਦੇ ਮੁਤਾਬਕ ਇਸ ਸਬ ਇੰਸਪੈਕਟਰ ਮਾਰ ਨੂੰ ਜਿਹੜਾ ਨਾ ਸੀਸੀਟੀ ਦੇ ਹਵਾਲੇ ਕਰ ਦਿੱਤਾ ਗਿਆ। ਹੁਣ ਅੱਗੋਂ ਇੰਤਜ਼ਾਰ ਹੈ ਕਿ ਸੀਸੀਟੀ ਉਹਦੇ ਨਾਲ ਕੀ ਕਰਦੀ ਹੈ। ਅੱਛਾ, ਤੁਸੀਂ ਥੋੜੇ ਦਿਨ ਪਹਿਲੇ ਜਿਹੜੀ ਵਾਰਦਾਤ ਸੁਣੀ ਸੀ ਕਿ ਇਕਬਾਲ ਟਾਊਨ ਥਾਣੇ ਦੀ ਹਦੂਦ ਦੇ ਵਿੱਚ ਇੱਕ ਖਾਤੂਨ ਜਿਹੜੀ ਹੈ ਉਹਦੇ ਕੋਲੋਂ ਗੱਡੀ ਛੀਨੀ ਜਾਂਦੀ ਹੈ। ਗੱਡੀ ਛੀਨਣ ਦਾ ਤਰੀਕਾਕਾਰ ਕੈਸਾ ਕਿ ਪਿੱਛੇ ਇੱਕ ਮੋਟਰਸਾਈਕਲ ਆਉਂਦਾ ਹੈ, ਮੋਟਰਸਾਈਕਲ ਨਾਲ ਟਕਰਾਉਂਦਾ ਹੈ ਤੇ ਜਦੋਂ ਗੱਡੀ ਚੱਲਦੀ ਗੱਡੀ ਦੇ ਚੋਂ ਖਾਤੂਨ ਬਾਹਰ ਆਉਂਦੀ ਹੈ ਤੇ ਉਹਦਾ ਜਿਹੜਾ ਸਾਥੀ ਉਹ ਗੱਡੀ ਦੇ ਵਿੱਚ ਬਹਿ ਕੇ ਨਾ ਤੇ ਉਹ ਗੱਡੀ ਲੈ ਕੇ ਫਰਾਰ ਹੋਣ ਲੱਗਦਾ ਹੈ। ਖਾਤੂਨ ਅੱਗੇ ਆਉਂਦੀ ਹੈ ਤਾਂ ਖਾਤੂਨ ਨੂੰ ਨੀਚੇ ਕੁਚਲਣ ਦੀ ਕੋਸ਼ਿਸ਼ ਕਰਦੇ ਹੋਇਆ ਫਰਾਰ ਹੋ ਜਾਂਦਾ ਹੈ। ਅੱਛਾ, ਇਹ ਵਾਰਦਾਤ ਦਾ ਵੀ ਬੜਾ ਰੌਲਾ ਪੈ ਗਿਆ, ਲੇਕਿਨ ਸੀਸੀ ਫੁਟੇਜ ਨੇ ਇੱਥੇ ਵੀ ਕੰਮ ਦਿਖਾਇਆ। ਸੀਸੀ ਫੁਟੇਜ ਨੂੰ ਜਦੋਂ ਆਲਾ ਅਫਸਰਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਟੀਮਾਂ ਬਣਾ ਦਿੱਤੀਆਂ ਤੇ ਬੜੀ ਤਹਿਕੀਕਾਤ ਕਰਦੀ ਗਈ ਤੇ ਇੱਕ ਜਗ੍ਹਾ ਤੇ ਜਾ ਕੇ ਪਤਾ ਚੱਲਦਾ ਹੈ ਕਿ ਇਸ ਵਾਰਦਾਤ ਦਾ ਜਿਹੜਾ ਵੀ ਮਰਕਜ਼ੀ ਮੁਲਜ਼ਮ ਹੈ ਉਹ ਵੀ ਟ੍ਰੇਨਿੰਗ ਸਬ ਇੰਸਪੈਕਟਰ ਇਹਤਸ਼ਾਮ ਹੈ ਔਰ ਉਹ ਚੂੰਗ ਤੋਂ ਟ੍ਰੇਨਿੰਗ ਲੈ ਰਿਹਾ ਹੈ। ਉਹ ਟ੍ਰੇਨਿੰਗ ਵੀ ਅਸੀਂ ਲੈ ਰਿਹਾ ਤੇ ਉਹਨੇ ਟ੍ਰੇਨਿੰਗ ਦਾ ਸਭ ਤੋਂ ਪਹਿਲੇ ਸਬੂਤ ਦਿੰਦਿਆਂ ਹੋਇਆ ਉਹਨੇ ਕੀ ਕੀਤਾ ਕਿ ਉਹ ਇਸ ਵਾਰਦਾਤ ਨੂੰ ਉਹਨੇ ਇੰਪਲੀਮੈਂਟ ਕੀਤਾ। ਉਹਨੇ ਦੇਖਿਆ ਕਿ ਮੈਂ ਆਪਣਾ ਦੇਖਾਂ ਕਿ ਮੇਰੀ ਟ੍ਰੇਨਿੰਗ ਡਰਾਈਵਿੰਗ ਦੀ ਸਹੀ ਹੈ, ਅਸਲਾ ਦੇ ਨਾਲ ਕਿਸੇ ਗੱਡੀ ਨੂੰ ਲਿਜਾਣ ਦੀ ਟ੍ਰੇਨਿੰਗ ਸਹੀ ਹੈ। ਉਹਨੇ ਫਿਰ ਆਪਣੀ ਟ੍ਰੇਨਿੰਗ ਦਾ ਸਬੂਤ ਦਿੱਤਾ ਤੇ ਗੱਡੀ ਲੈ ਕੇ ਭੱਜ ਗਿਆ। ਲੇਕਿਨ ਉਹਨੂੰ ਪਤਾ ਨਹੀਂ ਸੀ ਕਿ ਬਈ ਇਸ ਟਾਈਮ ਸੀਸੀਟੀ ਲਾਹੌਰ 'ਚ ਮੁਤਰਕ ਹੈ ਤੇ ਬਚਣਾ ਮੁਸ਼ਕਲ ਹੈ ਤੇ ਲਿਹਾਜ਼ਾ ਇਹਤਸ਼ਾਮ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ। ਇਸ ਤੋਂ ਥੋੜੇ ਅਰਸਾ ਪਹਿਲੇ ਤੁਸੀਂ ਇੱਕ ਹੋਰ ਵਾਰਦਾਤ ਵੀ ਸੁਣੀ ਹੋਏਗੀ। ਇੱਕ ਵੂਮੈਨ ਥਾਣੇ ਦੀ SHO ਸੀ ਸਾਨੀਆ, ਉਹਦੇ ਘਰੋਂ ਵੀ ਇੱਕ ਪਿਸਟਲ ਬਰਾਮਦ ਹੋਇਆ ਸੀ ਤੇ ਪਤਾ ਚੱਲਿਆ ਸੀ ਕਿ ਡਾਕੂਆਂ ਨੇ ਡਕੈਤੀ ਦੇ ਦੌਰਾਨ ਉਹ ਪਿਸਟਲ ਇਸਤੇਮਾਲ ਕੀਤਾ ਤੇ ਉਹ ਜਿਹੜਾ ਪਿਸਟਲ ਸੀ ਉਹ ਲੇਡੀ SHO ਦੇ ਘਰੋਂ ਬਰਾਮਦ ਹੋਇਆ। ਹੁਣ ਇਹ ਸਾਰੀਆਂ ਵਾਰਦਾਤਾਂ ਜਦੋਂ ਅਸੀਂ ਵੇਖਦੇ ਹਾਂ ਤੇ ਲੱਗਦਾ ਇੰਝ ਹੀ ਹੈ
ਕਿ ਲਾਹੌਰ ਦੇ ਵਿੱਚ ਖਾਸ ਤੌਰ ਤੇ ਸੀਸੀਡੀ ਤੇ ਲਾਹੌਰ ਪੁਲਿਸ ਦੇ ਦਰਮਿਆਨ ਇੱਕ ਅਣਦੇਖੀ ਟਸਲ ਚੱਲਦੀ ਪਈ ਹੈ ਤੇ ਇਸ ਟਸਲ ਦੇ ਪਿੱਛੇ ਇਹ ਵੀ ਕਿਹਾ ਜਾ ਰਿਹਾ ਹੈ ਸੀਸੀਡੀ ਦੇ ਸਰਬਰਾਹ ਸੁਹੇਲ ਜ਼ਫਰ ਚੱਠਾ ਤੇ ਲਾਹੌਰ ਪੁਲਿਸ ਦੇ ਸਰਬਰਾਹ ਫੈਸਲ ਕਾਮਰਾਨ ਤੇ ਬਲਾਲ ਸਦੀਕ ਕਾਮਿਆਨਾ ਨੂੰ ਵੀ ਪਤਾ ਹੈ ਤੇ ਇਸ ਮਾਮਲੇ ਨੂੰ ਹੱਲ ਕਰਨ ਵਾਸਤੇ ਜਾਂ ਇਸ ਮਾਮਲੇ ਨੂੰ ਪੈਚਅਪ ਕਰਨ ਵਾਸਤੇ ਆਈਜੀ ਪੰਜਾਬ ਵੀ ਜਿਹੜੇ ਨੇ ਕੁਝ ਕਾਰਵਾਈ ਕਰ ਰਹੇ ਨੇ, ਕੁਝ ਨੈਗੋਸ਼ੀਏਸ਼ਨ ਕਰ ਰਹੇ ਨੇ ਤਾਂ ਕਿ ਪੁਲਿਸ ਜਿਹੜੀ ਹੈ ਨਾ ਉਹ ਸਿਰਫ ਕਾਲੀ ਬੇਰਾਂ ਦੇ ਉੱਤੇ ਕੰਸੰਟਰੇਸ਼ਨ ਰੱਖੇ ਤੇ ਇੱਕ ਦੂਜੇ ਨੂੰ ਨੀਚਾ ਨਾ ਦਿਖਾਏ। ਤੇ ਹੁਣ ਜਿਹੜੇ ਇਹ 4 ਪੁਲਿਸ ਅਹਿਲਕਾਰਾਂ ਦਾ ਅਸੀਂ ਤੁਹਾਨੂੰ ਦੱਸਿਆ ਇਹਨਾਂ ਦੇ ਬਾਰੇ ਹੁਣ ਆਲਾ ਪੁਲਿਸ ਅਫਸਰਾਂ ਦਾ ਇਹ ਫੈਸਲਾ ਹੈ ਕਿ ਇਹਨਾਂ ਨੂੰ ਵੀ ਕਰਾਰ ਵਾਕਈ ਸਜ਼ਾ ਦਿੱਤੀ ਜਾਏਗੀ। ਲੇਕਿਨ ਮੈਂ ਇਹਦੇ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਚੰਦ ਹੀ ਮਿਸਾਲਾਂ ਨੇ। ਅੱਛਾ, ਮੈਂ ਇਹਦੇ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਸੀਸੀਡੀ ਦੇ ਜਿਹੜੇ ਪੁਲਿਸ ਮੁਕਾਬਲੇ ਉਸ ਤੋਂ ਬਾਅਦ ਖਾਸ ਤੌਰ ਤੇ ਜਦੋਂ ਦਾ ਤੀਸਰੀ ਵਾਰ ਦਾ ਪੁਲਿਸ ਮੁਕਾਬਲਾ ਹੋਇਆ ਕ੍ਰਾਈਮ ਦੀ ਰੇਸ਼ੋ ਕਾਫੀ ਹੱਦ ਤੱਕ ਘਟ ਗਈ ਹੈ ਤੇ ਮੁਲਜ਼ਮ ਜਿਹੜੇ ਨੇ ਬਹੁਤ ਜ਼ਿਆਦਾ ਖੌਫਜ਼ਦਾ ਹੋ ਗਏ ਨੇ। ਲੇਕਿਨ ਅਗਰ ਜਿਹੜੀਆਂ ਚੰਦ ਕਾਲੀ ਬੇੜਾ ਸਾਹਮਣੇ ਆਈਆਂ ਇਹਨਾਂ ਦਾ ਵੀ ਇਲਾਜ ਕਰ ਲਿੱਤਾ ਜਾਏ ਤੇ ਸਾਨੂੰ ਫਿਰ ਮੁਆਸ਼ਰੇ ਦੇ ਵਿੱਚ ਕਾਫੀ ਹੱਦ ਤੱਕ ਮਜ਼ੀਦ ਅਮਨ ਨਜ਼ਰ ਆਏਗਾ ਤੇ ਫਿਰ ਹੀ ਵਜ਼ੀਰ ਆਲਾ ਪੰਜਾਬ ਦਾ ਉਹ ਖਾਬ ਕਾਮਯਾਬ ਹੋਏਗਾ ਜਿਹਦੇ ਚੋਂ ਚਾਹ ਰਹੀਆਂ ਨੇ ਕਿ ਪੰਜਾਬ ਦੇ तमाम ਅਜ਼ਲਾ ਦੇ ਵਿੱਚ ਜਿਹੜਾ ਜਰਾਇਮ ਦੀ ਰੇਸ਼ੋ ਹੈ ਉਹ ਜ਼ੀਰੋ ਨਹੀਂ ਤੇ ਮਿਨੀਮਮ ਜ਼ਰੂਰ ਹੋ ਜਾਏ ਤਾਂ ਕਿ ਪੰਜਾਬ ਜੋ ਹੈ ਨਾ ਉਹ ਦੂਸਰੇ ਬਕਾਇਆ ਸਾਰੇ ਸੂਬਿਆਂ ਵਾਸਤੇ ਇੱਕ ਐਸਾ ਨਮੂਨਾ ਬਣ ਜਾਏ ਕਿ ਦੂਸਰੇ ਸੂਬਿਆਂ ਵਾਲੇ ਵੀ ਪੰਜਾਬ ਦੀ ਇਸ ਮਿਸਾਲ ਨੂੰ ਜਿਹੜਾ ਨਾ ਆਪਣੇ ਉੱਤੇ ਇੰਪਲੀਮੈਂਟ ਕਰਨ ਦਾ ਕੋਸ਼ਿਸ਼ ਕਰਨ। ਤੇ ਮੌਜੂਦਾ ਹਾਲਾਤ ਵਿੱਚ ਸਾਡੇ ਹੁਣ ਪ੍ਰੋਗਰਾਮ ਦਾ ਜਿਹੜਾ ਵਕਤ ਉਹ ਖਤਮ ਹੋ ਰਿਹਾ ਹੈ ਤੇ ਆਪਣੇ ਮੇਜ਼ਬਾਨ ਇਜਾਜ਼ਤ ਬੱਟ ਨੂੰ ਦਿਓ ਇਜਾਜ਼ਤ। ਰੱਬ ਰਾਖਾ।